मैम एक्चुअली जो अपने ते बच्चे की जिम्मेवारी पैंदी ना कहते ने ना सियाने ਸਿੰਘਾਂ ਤੇ ਪਈਆਂ ਤੇ ਸਿਰਾਂ ਤੇ ਪਈਆਂ ਦਾ ਬੜਾ ਫਰਕ ਹੁੰਦਾ ਹੈ। ਮੈਂ ਇੱਕ ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਛੋਟੇ ਜਿਹੇ ਪਿੰਡ ਗੁਰਦਾਸਪੁਰ 'ਚ ਵਿਆਹੀ ਸੀਗੀ। ਤੁਹਾਨੂੰ ਪਤਾ ਪਿੰਡ ਦਿਆਂ ਦੀ ਸੋਚ ਪਿੰਡ ਕਿ ਨੌਵਾਂ ਧੀਆਂ ਘੁੰਡ 'ਚ ਰਹਿਣ ਅੰਦਰ ਅੰਦਰ ਰਹਿ ਇੱਦਾਂ ਦਾ ਸੀਗਾ। ਜ਼ੋਮੈਟੋ ਦਾ ਮੈਨੂੰ ਪਤਾ ਲੱਗਾ ਕਿ ਜ਼ੋਮੈਟੋ ਵਿੱਚ ਫੀਮੇਲ ਵੀ ਕੰਮ ਕਰ ਸਕਦੀ ਹੈ। ਪਹਿਲਾਂ ਮੈਨੂੰ ਸੀ ਕਿ ਨਹੀਂ ਫੀਮੇਲ ਵਾਸਤੇ ਕੋਈ ਇਹ ਚੀਜ਼ ਨਹੀਂ ਹੈ। ਤੇ ਜਦੋਂ ਮੈਨੂੰ ਪਤਾ ਲੱਗਾ ਕਿ ਫੀਮੇਲ ਕੰਮ ਕਰ ਸਕਦੀ ਹੈ ਫਿਰ ਮੈਨੂੰ ਬੜਾ ਵਧੀਆ ਲੱਗਾ। ਪਾਣੀ ਨਾ ਮੇਰਾ ਐਕਸੀਡੈਂਟ ਹੋ ਗਿਆ, ਤੁਸੀਂ ਦੇਖਦੇ ਹੋ ਮੇਰੇ ਸੱਟ ਲੱਗ ਗਈ ਸੀਗੀ। ਮੇਰੇ ਕਾਫੀ ਬੁਰੀ ਕੰਡੀਸ਼ਨ ਕਿਉਂਕਿ ਮੈਂ ਨੀਂਦ ਨਹੀਂ ਪੂਰੀ ਸੀ, ਡਿਪਰੈਸ਼ਨ ਦੇ ਵਿੱਚ ਚਲੀ ਗਈ। ਫਿਰ ਕਿ ਮੈਂ ਡਾਇਬਟੀਜ਼ ਵੀ ਨਿਕਲ ਗਈ, ਬਿਮਾਰ ਹੋ ਗਈ ਤਾਂ ਕਾਫੀ ਤਬੀਅਤ ਖਰਾਬ ਹੋ ਗਈ। ਬਟ ਫਿਰ ਵੀ ਮੈਂ ਛੁੱਟੀ ਨਹੀਂ ਕੀਤੀ। ਪੱਟੀ ਲੱਗੇ ਲੱਗੇ ਵੀ ਮੈਂ ਡਿਊਟੀ ਜੁਆਇਨ ਕੀਤੀ ਕਿ ਮੈਂ ਸੋਚਦੀ ਕਿ ਮੈਂ ਲੰਮੇ ਪੈ ਜਾਊਂਗੀ ਨਾ ਤੇ ਮੇਰੇ ਘਰ ਦਾ ਔਖਾ ਹੈ ਨਾ। ਆਪਣੇ ਮਾਂ ਪਿਓ ਦੀ ਵੀ ਸੇਵਾ ਕਰ ਰਹੀ ਹਾਂ, ਪਲੱਸ ਮੇਰੇ ਮੰਮੀ ਵੀ ਮੇਰੇ ਕੋਲ ਹੀ ਰਹਿ ਰਹੇ ਨੇ, ਉਹਨਾਂ ਨੂੰ ਵੀ ਦੇਖ ਰਹੀ ਹਾਂ, ਆਪਣੇ ਬੱਚਿਆਂ ਨੂੰ ਵੀ ਦੇਖ ਰਹੀ ਹਾਂ। ਤੇ ਕਿ ਲਾਸਟ ਵੀਕ ਤਾਂ ਪਹਿਲਾਂ ਵੀ ਕਿਹਾ ਕਿ ਮੈਨੂੰ ਹੱਥ ਕੱਢਣਾ ਨਹੀਂ ਪਸੰਦ ਹੈ। ਰਾਤ ਦੇ ਸਮੇਂ ਤੁਸੀਂ ਜਾ ਰਹੇ ਹੋ, ਕਦੀ ਕੋਈ ਦਿੱਕਤ ਕੋਈ ਪਰੇਸ਼ਾਨੀ ਤੁਹਾਨੂੰ ਖੁਦ ਨੂੰ, ਕਦੀ ਤੁਸੀਂ ਇਕੱਲੇ ਜਾ ਰਹੇ ਹੋ ਤੁਹਾਨੂੰ ਲੱਗੇ? ਰਸਤੇ 'ਚ ਇੱਕ ਦੋ ਮੁੰਡੇ ਸੀਗੇ, ਉਹ ਮੇਰੇ ਅੱਗੇ ਪਿੱਛੇ ਇੱਦਾਂ ਹੀ ਚੱਲਣ ਲੱਗ ਪਏ ਤੇ ਬਦਤਮੀਜ਼ੀ ਕਰਨ ਲੱਗ ਪਏ। ਫਿਰ ਨਾ ਇੱਕ ਪੁਲਿਸ ਵਾਲੇ ਸੀਗੇ, ਫਿਰ ਮੈਂ ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਸਮਝਿਆ ਕਿ ਰਾਤ ਨੂੰ ਫਿਰ ਇਹ ਉੱਦਾਂ ਦੀ ਹੋਏਗੀ। ਉਹਨਾਂ ਨੇ ਇਹ ਸੋਚ ਕੇ ਮੈਨੂੰ ਇਸ਼ਾਰਾ ਕੀਤਾ ਕਿ ਇਹ ਕੁਛ ਜਵਾਬ ਦੇਗੀ ਤੇ ਉਹਨਾਂ ਨੇ ਦੇਖਿਆ ਕਿ ਨਹੀਂ ਉਹ ਚੀਜ਼ ਨਹੀਂ ਆ। ਫਿਰ ਆਪਣੇ ਆਪ ਹੀ ਹੋਈ ਉਤਰਨ ਲੱਗ ਪਾ। ਔਲਾਦ ਪੈਦਾ ਕਰ ਸਕਦੀ ਹੈ, ਉਹਨੂੰ ਜਨਮ ਦੇ ਸਕਦੀ ਹੈ, ਉਹ ਕੀ ਨਹੀਂ ਕਰ ਸਕਦੀ। ਬਸ ਬੰਦੇ ਦੀ ਸੋਚ ਇਹ ਹੈ ਕਿ ਅਸੀਂ ਆਪਾਂ ਹੈਗੇ ਡਾਊਨ ਹੈਗੀ। ਬਟ ਅੱਜ ਇਹ ਚੀਜ਼ ਹੈ। ਕਈ ਵਾਰੀ ਤੇ ਰਾਹਗੀਰੀ ਥੰਬਸ ਅਪ ਦੇ ਕੇ ਨਿਕਲਦੇ ਆ, ਪ੍ਰਾਊਡ ਫੀਲ ਹੁੰਦੇ ਆ, ਸੈਲਿਊਟ ਕਰਦੇ ਆ ਕਿ ਸਾਨੂੰ ਬਹੁਤ ਵਧੀਆ ਲੱਗ ਰਿਹਾ। ਸਤਿ ਸ਼੍ਰੀ ਅਕਾਲ, HSN TV ਤੁਸੀਂ ਵੇਖ ਰਹੇ ਹੋ। ਮੈਂ ਹਾਂ ਸ਼ੀਤਲ ਠਾਕੁਰ। ਹਰ ਵਾਰ ਦੀ ਤਰ੍ਹਾਂ ਅੱਜ ਇੱਕ ਵਾਰ ਫੇਰ ਤੋਂ ਅਸੀਂ ਤੁਹਾਡੇ ਨਾਲ ਰੂਬਰੂ ਹੋਏ ਹਾਂ ਇੱਕ ਪ੍ਰੇਰਨਾ ਸਰੋਤ ਕਹਾਣੀ ਲੈ ਕੇ। ਇਹ ਪ੍ਰੇਰਨਾ ਸਰੋਤ ਕਹਾਣੀ ਹੈ ਉਸ ਔਰਤ ਦੀ ਜਿਹੜੀ ਔਰਤ ਇਹ ਸਾਬਤ ਕਰ ਦਿੰਦੀ ਹੈ ਕਿ ਉਹ ਕਿਸੇ ਵੀ ਖੇਤਰ ਦੇ ਵਿੱਚ ਜੇਕਰ ਕੰਮ ਕਰੇ ਤਾਂ ਉਹ ਕਿਸੇ ਤੋਂ ਵੀ ਘੱਟ ਨਹੀਂ ਹੁੰਦੀ। ਵੈਸੇ ਵੀ ਇੱਕ ਜਿਹੜੀ ਔਰਤ ਹੈ ਪਰਮਾਤਮਾ ਦਾ ਧਰਤੀ ਤੇ ਇੱਕ ਬਹੁਤ ਕੀਮਤੀ ਤੋਹਫਾ ਹੈ, ਤੇ ਜਦੋਂ ਇਸ ਤੋਹਫੇ ਦੇ ਉੱਤੇ ਜ਼ਿੰਮੇਵਾਰੀਆਂ ਪੈਂਦੀਆਂ ਨੇ ਤੇ ਇਹ ਕਿੰਨੀ ਕੁ ਖੂਬਸੂਰਤੀ ਦੇ ਨਾਲ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੀ ਹੋਈ, ਸੰਘਰਸ਼ ਦੇ ਦੌਰ ਦੇ ਵਿੱਚੋਂ ਲੰਘਦੀ ਹੋਈ, ਆਪਣੇ ਬੱਚਿਆਂ ਦੀ ਵੀ ਪਰਵਰਿਸ਼ ਕਰਦੀ ਹੈ ਤੇ ਕੰਮ-ਕਾਜ ਵੀ ਕਰਦੀ ਹੈ ਤੇ ਘਰ ਦੇ ਬੰਦਿਆਂ ਦੀ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਹਰ ਖੇਤਰ ਦੇ ਵਿੱਚ ਅੱਗੇ ਵੱਧਦੀ ਹੈ। ਸੋ ਇੱਕ ਇਹੋ ਜਿਹੀ ਔਰਤ ਜਿਹੜੀ ਕਿ ਜਲੰਧਰ ਸ਼ਹਿਰ ਦੀ ਰਹਿਣ ਵਾਲੀ ਹੈ, ਜਿੱਦਾਂ ਹੀ ਸਾਨੂੰ ਉਹਨਾਂ ਦਾ ਪਤਾ ਲੱਗਾ ਤੇ ਅਸੀਂ ਉਹਨਾਂ ਦੇ ਨਾਲ ਸੰਪਰਕ ਕੀਤਾ। ਸੋ ਉਹਨੇ ਜਲੰਧਰ ਸ਼ਹਿਰ ਦੀ ਰਹਿਣ ਵਾਲੀ ਜੋਤੀ ਧਮੀਜਾ, ਜਿਹਦੇ ਤੇ ਜ਼ਿੰਮੇਵਾਰੀਆਂ ਇੰਨੀਆਂ ਕਿ ਨੇ ਕਿ ਉਸਨੇ ਬਹੁਤ ਬਖੂਬੀ ਤਰੀਕੇ ਦੇ ਨਾਲ ਇਹ ਜ਼ਿੰਮੇਵਾਰੀਆਂ ਨਿਭਾਈਆਂ। ਪਹਿਲਾਂ ਸ਼ੀ ਡਰਾਈਵਿੰਗ ਯਾਨੀ ਕਿ ਮਹਿਲਾ ਵੂਮਨ ਡਰਾਈਵਿੰਗ ਦਾ ਵੀ ਕੰਮ ਕੀਤਾ। ਇਸ ਤੋਂ ਪਹਿਲਾਂ ਫੁੱਟਬਾਲ ਵੀ ਸੀ ਤੇ ਇਸ ਤੋਂ ਇਲਾਵਾ ਹੁਣ ਜ਼ੋਮੈਟੋ ਗਰਲ ਦੇ ਤੌਰ ਤੇ ਜਾਣੀ ਜਾਂਦੀ ਹੈ। ਸੋ ਲੋਕਾਂ ਨੂੰ ਸਮੇਂ ਤੇ ਉਹਨਾਂ ਦਾ ਜਿਹੜਾ ਹੈ ਡਿਲੀਵਰੀ ਉਹਨਾਂ ਦੇ ਤੱਕ ਕਿਵੇਂ ਪਹੁੰਚਾਉਂਦੀ ਹੈ ਔਰ ਸਮੇਂ ਮੁਤਾਬਕ ਕਿਵੇਂ ਸਾਰੇ ਕੰਮ ਕਰਦੀ ਹੈ, ਘਰ ਪਰਿਵਾਰ ਕਿਵੇਂ ਵੇਖਦੀ ਹੈ, ਕੀ ਸੰਘਰਸ਼ ਹੈ ਤੇ ਕੀ ਕਹਾਣੀ ਹੈ। ਆਓ ਮਿਲਦੇ ਹਾਂ ਜੋਤੀ ਧਮੀਜਾ ਨੂੰ। ਜੋਤੀ ਜੀ ਬਹੁਤ ਬਹੁਤ ਸਵਾਗਤ ਹੈ HSN TV ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਜੋਤੀ, ਜਿਵੇਂ ਕਿ ਮੈਂ ਦਰਸ਼ਕਾਂ ਨੂੰ ਦੱਸਿਆ ਕਿ ਜਿੱਦਾਂ ਹੀ ਜ਼ਿੰਮੇਵਾਰੀਆਂ ਇੱਕ ਔਰਤ ਦੇ ਉੱਤੇ ਪੈਂਦੀਆਂ ਨੇ ਤੇ ਔਰਤ ਕਹਿੰਦੇ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਔਰਤ ਅਬਲਾ ਹੈ ਹਨਾ, ਪਰ ਹੁਣ ਔਰਤ ਅਬਲਾ ਨਹੀਂ ਸਬਲਾ ਹੈ, ਹਰ ਕੰਮ ਦੇ ਵਿੱਚ ਅੱਗੇ ਹੈ। ਤੁਸੀਂ ਇਹਦੇ ਬਾਰੇ ਆਪਣੀ ਕਹਾਣੀ ਸਾਨੂੰ ਦੱਸੋ। ਮੈਮ ਐਕਚੁਅਲੀ ਜਦੋਂ ਆਪਣੇ ਤੇ ਬੱਚੇ ਦੀ ਜ਼ਿੰਮੇਵਾਰੀ ਪੈਂਦੀ ਨਾ ਕਹਿੰਦੇ ਨੇ ਨਾ ਸਿਆਣੇ ਸਿੰਘਾਂ ਤੇ ਪਈਆਂ ਤੇ ਸਿਰਾਂ ਤੇ ਪਈਆਂ ਦਾ ਬੜਾ ਫਰਕ ਹੁੰਦਾ ਹੈ। ਜਦੋਂ ਸਿੰਘ ਤੇ ਪਈ ਹੁੰਦੀ ਹੈ ਔਰ ਉਹ ਬੰਦਾ ਕੁਵਾਰਾ ਹੁੰਦਾ, ਮਾਂ ਪਿਓ ਦੇ ਦੇਣ 'ਚ ਹੁੰਦਾ। ਜਦੋਂ ਸਿੰਘਾਂ 'ਚ ਪੈ ਜਾਂਦੀ ਔਰ ਉਹ ਬੱਚਾ ਪਰਿਵਾਰ ਵਾਲਾ ਬਣ ਜਾਂਦਾ, ਉਹਦੇ ਬੱਚੇ ਹੁੰਦੇ ਆ, ਫਿਰ ਉੱਥੋਂ ਤੱਕ ਦੀ ਜ਼ਿੰਮੇਵਾਰੀ ਉਹਦੀ ਵੱਧ ਜਾਂਦੀ ਹੈ। ਮੈਂ ਇੱਕ ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਛੋਟੇ ਜਿਹੇ ਪਿੰਡ ਗੁਰਦਾਸਪੁਰ 'ਚ ਵਿਆਹੀ ਸੀਗੀ। ਤੇ ਉੱਥੇ ਤੁਹਾਨੂੰ ਪਤਾ ਪਿੰਡ ਦਿਆਂ ਦੀ ਸੋਚ ਪਿੰਡ ਕਿ ਨੌਵਾਂ ਧੀਆਂ ਘੁੰਡ 'ਚ ਰਹਿਣ ਅੰਦਰ ਅੰਦਰ ਰਹਿ ਇੱਦਾਂ ਦਾ ਸੀਗਾ। ਫਿਰ ਨਾ ਮੇਰੇ ਮੰਮੀ ਪਾਪਾ ਦੀ ਮੈਂ ਇਕੱਲਮ ਇਕੱਲੀ ਸੀਗੀ ਤੇ ਘਰੇ ਮੰਮੀ ਮੇਰੇ ਬਿਮਾਰ ਰਹਿੰਦੇ ਸੀ। ਕਦੀ ਮੈਂ ਇੱਧਰ ਆਉਣਾ, ਕਦੀ ਮੈਂ ਪਿੰਡ ਚਲ ਜਾਣਾ। ਫਿਰ ਇਸ ਦੌਰਾਨ ਮੈਂ ਇੱਥੇ ਜਲੰਧਰ 'ਚ ਸ਼ਿਫਟ ਹੋ ਗਈ ਤੇ ਪਿੰਡੋਂ ਮੈਨੂੰ ਕੋਈ ਹਿੱਸਾ ਵਗੈਰਾ ਇਸ ਚੀਜ਼ ਦਾ ਨਹੀਂ ਮਿਲਿਆ ਸਾਥ। ਤੇ ਫਿਰ ਪਹਿਲਾਂ ਤਾਂ ਕੁਛ ਦੇਰ ਆਪਣੀ ਮੰਮਾ ਦੇ ਨਾਲ ਹੀ ਰਹੀ ਹਾਂ। ਫਿਰ ਮੰਮਾ ਉਹਨਾਂ ਦਾ ਇੱਕ ਪਲੋਟ ਸੀਗਾ, ਉਹਨਾਂ ਨੇ ਮੈਨੂੰ ਦਿੱਤਾ। ਉਸ ਦੌਰਾਨ ਮੇਰੇ ਹਸਬੈਂਡ ਨਾਲ ਵੀ ਮੇਰੀ ਕੁਛ ਬਣਦੀ ਨਹੀਂ ਸੀ ਤੇ ਮੈਂ ਇੱਕ ਛੋਟੇ ਜਿਹੇ ਸਕੂਲ ਦੇ ਵਿੱਚ ਐਜ਼ ਇੱਕ ਮੇਡ ਦੇ ਤੌਰ 'ਤੇ ਕੰਮ ਕੀਤਾ। 4500 ਰੁਪਏ ਤਨਖਾਹ ਲੈਂਦੀ ਸੀਗੀ ਤੇ ਉੱਥੇ ਕੰਮ ਕਰਕੇ ਕਿ ਮੈਂ ਗੋਲਡ ਲੋਨ ਜਿੱਦਾਂ ਵੀ ਲਿਆ, ਆਪਣੇ ਘਰ ਨੂੰ ਬਣਾਇਆ ਹੌਲੀ ਹੌਲੀ ਕਰਕੇ। ਫਿਰ ਉਸ ਤੋਂ ਬਾਅਦ ਮੈਂ ਇੱਕ ਹੋਸਪਿਟਲ ਦੇ ਵਿੱਚ ਲੱਗੀ, ਐਜ਼ ਅ ਰਿਸੈਪਸ਼ਨਿਸਟ ਦਾ ਕੰਮ ਕੀਤਾ ਮੈਂ। ਫਿਰ ਕਰੋਨਾ ਦਾ ਟਾਈਮ ਆ ਗਿਆ। ਫਿਰ ਮੈਂ ਆਪਣੇ ਬੱਚਿਆਂ ਦੇ ਦੌਰਾਨ ਕਿ ਮੇਰੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਮੈਂ ਆਪਣੇ ਬੱਚਿਆਂ ਕੋਲ ਘਰੇ ਬੈਠ ਗਈ। ਫਿਰ ਘਰੇ ਰਹਿੰਦੀ ਸੀ, ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਸੀ। ਫਿਰ ਮੰਮਾ ਪਾਪਾ ਦੀ ਜ਼ਿੰਮੇਵਾਰੀ ਸੀ, ਬੱਚਿਆਂ ਨੂੰ ਵੀ ਦੇਖਣਾ ਸੀ, ਇੰਸਟਾਲਮੈਂਟਸ ਵੀ ਦੇਣੀਆਂ ਸੀਗੀਆਂ। ਫਿਰ ਇਸ ਦੌਰਾਨ ਕਿ ਮੈਨੂੰ ਸ਼ੀ ਸਕੂਟੀ ਦਾ ਕੰਮ ਮਿਲਿਆ।
ਫਿਰ ਫੀਮੇਲ ਰਾਈਟਸ ਦਾ ਕੰਮ ਕਰਦੀ ਸੀਗੀ। ਬਟ ਤੁਹਾਨੂੰ ਪਤਾ ਹੀ ਹੈ ਨਾ, ਸ਼ਹਿਰਾਂ ਦੀ ਮਹਿੰਗਾਈ ਬਹੁਤ ਆ ਅਤੇ ਸਾਰਾ ਘਰ ਖਰਚਾ ਮੈਨੂੰ ਉਹਦੇ ਨਾਲ ਹੀ ਪੂਰੀ ਨਹੀਂ ਪੈ ਰਹੀ ਸੀਗੀ। ਇਸ ਕਰਕੇ ਮੈਂ ਫਿਰ ਜ਼ੋਮੈਟੋ ਦਾ ਮੈਨੂੰ ਪਤਾ ਲੱਗਾ ਕਿ ਜ਼ੋਮੈਟੋ ਵਿੱਚ ਫੀਮੇਲ ਵੀ ਕੰਮ ਕਰ ਸਕਦੀ ਹੈ। ਪਹਿਲਾਂ ਮਤਲਬ ਕਿ ਮੈਨੂੰ ਸੀ ਕਿ ਨਹੀਂ, ਫੀਮੇਲ ਵਾਸਤੇ ਕੋਈ ਇਹ ਚੀਜ਼ ਨਹੀਂ ਹੈ। ਅਤੇ ਜਦੋਂ ਮੈਨੂੰ ਪਤਾ ਲੱਗਾ ਕਿ ਫੀਮੇਲ ਕੰਮ ਕਰ ਸਕਦੀ ਹੈ, ਫਿਰ ਮੈਨੂੰ ਬੜਾ ਵਧੀਆ ਲੱਗਾ ਕਿ ਮੈਂ ਕਿ ਉਹ ਇੱਕ ਤਾਂ ਮੈਨੂੰ ਸੀ ਕਿ ਮੈਂ ਖੁਦ ਪਰਸਨਲੀ ਕੰਮ ਕਰਾਂ। ਮੈਨੂੰ ਕਿਸੇ ਅੱਗੇ ਹੱਥ ਅੱਡਣਾ ਨਹੀਂ ਪਸੰਦ ਸੀਗਾ ਕਿ ਕਿਸੇ ਕੋਲ ਲੈ ਕੇ ਆਪਣੇ ਪਰਿਵਾਰ ਦਾ ਚਲਾਉਣਾ। ਫਿਰ ਮੈਂ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਰ ਮੈਂ ਸਵੇਰੇ ਮਤਲਬ 8:30-9 ਵਜੇ ਉੱਥੇ ਚਲ ਜਾਣਾ ਅਤੇ ਸ਼ਾਮ ਨੂੰ ਮਤਲਬ ਕਿ 7 ਵਜੇ ਛੁੱਟੀ ਕਰਨੀ ਸਕੂਟੀ ਤੋਂ। ਫਿਰ 7 ਵਜੇ ਤੋਂ ਲੈ ਕੇ ਰਾਤ ਨੂੰ 2 ਵਜੇ ਤੱਕ ਮੈਂ ਜ਼ੋਮੈਟੋ ਦਾ ਕੰਮ ਕਰਦੀ ਹਾਂ। ਅਤੇ ਬਟ ਹੁਣ ਮੈਂ ਪੂਰੇ ਟਾਈਮ ਵਿੱਚ ਜ਼ੋਮੈਟੋ ਦਾ ਹੀ ਕੰਮ ਕਰ ਰਹੀ ਸੀ। ਫੁੱਲ ਟਾਈਮ। ਪਹਿਲਾਂ ਤੁਸੀਂ ਰਾਤ ਨੂੰ ਸ਼ੀਟ ਡਰਾਈਵਿੰਗ ਦਾ ਕੰਮ ਕਰਦੇ ਸੀ, ਮਹਿਲਾ ਡਰਾਈਵਰ ਦਾ, ਫਿਰ ਦਿਨੇ ਵੀ ਜ਼ੋਮੈਟੋ ਕਰਦੇ ਸੀਗੇ, ਹੈ ਨਾ। 17-18 ਘੰਟੇ ਲਗਾਤਾਰ ਕੰਮ ਕਰਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ 8 ਘੰਟਿਆਂ ਦੀ ਨੀਂਦ ਹੋਣੀ ਬਹੁਤ ਜ਼ਰੂਰੀ ਹੈ, ਪਰ ਤੁਹਾਡੀ ਜਿਹੜੀ ਨੀਂਦ ਹੈ ਬਹੁਤ ਘੱਟ ਸੀ ਤੇ ਬੱਚਿਆਂ ਦੀ ਵੀ ਜ਼ਿੰਮੇਵਾਰੀ ਉਹਦੇ ਸੀਗੀ। ਦੌਰਾਨ ਹੀ ਨਾ ਮੇਰਾ ਐਕਸੀਡੈਂਟ ਹੋ ਗਿਆ। ਤੁਸੀਂ ਦੇਖ ਰਹੇ ਹੋ ਮੇਰੇ ਸੱਟ ਲੱਗ ਗਈ ਸੀਗੀ। ਮੇਰੇ ਕਾਫੀ ਬੁਰੀ ਕੰਡੀਸ਼ਨ, ਕਿਉਂਕਿ ਮੈਂ ਨੀਂਦ ਨਹੀਂ ਪੂਰੀ ਸੀ, ਡਿਪਰੈਸ਼ਨ ਦੇ ਵਿੱਚ ਚਲੀ ਗਈ। ਫਿਰ ਮਤਲਬ ਕਿ ਮੈਂ ਡਾਇਬਟੀਜ਼ ਵੀ ਨਿਕਲ ਗਈ, ਬਿਮਾਰ ਹੋ ਗਈ, ਤਾਂ ਕਾਫੀ ਤਬੀਅਤ ਖਰਾਬ ਹੋ ਗਈ। ਬਟ ਫਿਰ ਵੀ ਮੈਂ ਛੁੱਟੀ ਹੀ ਨਹੀਂ ਕੀਤੀ। ਪੱਟੀ ਲੱਗੇ ਲੱਗੇ ਵੀ ਮੈਂ ਡਿਊਟੀ ਜੁਆਇਨ ਕੀਤੀ ਕਿ ਮੈਂ ਸੋਚਦੀ ਕਿ ਮੈਂ ਲੰਮੇ ਪੈ ਜਾਊਂਗੀ ਨਾ ਅਤੇ ਮੇਰੇ ਘਰ ਦਾ ਔਖਾ ਹੈ ਨਾ। ਫਿਰ ਬੱਚਿਆਂ ਨੂੰ ਜਦੋਂ ਦੇਖਦੀ ਸੀਗੀ ਅਤੇ ਆਪਣੇ ਆਪ ਨੂੰ ਅੰਦਰ ਮਹਿਸੂਸ ਹੁੰਦਾ ਸੀ ਕਿ ਜੇ ਮੈਂ ਲੰਮੇ ਪੈ ਗਈ ਅਤੇ ਇਹਨਾਂ ਦਾ ਕੌਣ ਸੋਚੇਗਾ। ਬਸ ਬੱਚਿਆਂ ਨੂੰ ਦੇਖਦੇ ਦੇਖਦੇ ਮੈਂ ਫਿਰ ਉਹਨਾਂ ਨੂੰ ਦੇਖ ਕੇ ਮੈਨੂੰ ਹਿੰਮਤ ਮਿਲਦੀ ਰਹੀ ਅਤੇ ਮੈਂ ਕੰਮ ਕਰਦੀ ਰਹੀ। ਦੇਖੋ ਅੱਜ ਤੱਕ ਕੰਟੀਨਿਊ ਚੱਲੀ ਜਾ ਰਹੀ ਹਾਂ। ਤਬੀਅਤ ਵੀ ਮੇਰੀ ਇੱਦਾਂ ਹੈ, ਕੁਛ ਮੈਡੀਸਿਨ ਵੀ ਮੇਰੀ ਚੱਲ ਰਹੀ ਹੈ, ਬਟ ਉਹਦੇ ਦੌਰਾਨ ਫਿਰ ਵੀ ਮੈਂ ਬੱਚਿਆਂ ਦੀ ਜ਼ਿੰਮੇਵਾਰੀ ਨਿਭਾ ਰਹੀ ਹਾਂ ਕਿ ਮੈਂ ਆਪਣੇ ਮਾਂ ਪਿਓ ਦੀ ਵੀ ਸੇਵਾ ਕਰ ਰਹੀ ਹਾਂ, ਪਲੱਸ ਮੇਰੇ ਮੰਮੀ ਵੀ ਮੇਰੇ ਕੋਲ ਹੀ ਰਹਿ ਰਹੇ ਨੇ, ਉਹਨਾਂ ਨੂੰ ਵੀ ਦੇਖ ਰਹੀ ਹਾਂ, ਆਪਣੇ ਬੱਚਿਆਂ ਨੂੰ ਵੀ ਦੇਖ ਰਹੀ ਹਾਂ। ਅਤੇ ਮਤਲਬ ਕਿ ਲਾਸਟ ਵੀ ਤਾਂ ਪਹਿਲਾਂ ਵੀ ਕਿਹਾ ਕਿ ਮੈਨੂੰ ਹੱਥ ਅੱਡਣਾ ਨਹੀਂ ਪਸੰਦ ਹੈਗਾ। ਬਿਲਕੁਲ, ਬਹੁਤ ਵਧੀਆ ਗੱਲ ਕਹੀ ਤੁਸੀਂ। ਜ਼ਿੰਮੇਵਾਰੀਆਂ ਤੇ ਸੰਘਰਸ਼ ਦਾ ਜਦੋਂ ਦੌਰ ਤੁਹਾਡੇ ਸਿਰ ਤੇ ਆਇਆ, ਤੁਸੀਂ ਕਿੰਨੇ ਤਰ੍ਹਾਂ ਦੇ ਕੰਮ ਕੀਤੇ। ਅੱਛਾ, ਗੱਲ ਕਰਦੇ ਕੰਮ ਦੀ, ਜਿਵੇਂ ਕਿ ਮਹਿਲਾ ਡਰਾਈਵਰ ਬਣਨਾ, ਇਹ ਵੀ ਇੱਕ ਬਹੁਤ ਵੱਡਾ ਤੇ ਅਲੱਗ ਜਿਹਾ ਕੰਮ ਹੈ ਨਾ। ਔਰ ਜਲੰਧਰ ਸ਼ਹਿਰ ਦੇ ਵਿੱਚ ਤੁਸੀਂ ਰਾਤ ਦੇ ਸਮੇਂ ਡਰਾਈਵ ਕਰਦੇ ਸੀਗੇ, ਔਰਤਾਂ ਨੂੰ ਲੈ ਕੇ ਕਿਤੇ ਛੱਡਣਾ ਜਾਂ ਕਿਸੇ ਨੂੰ ਵੀ, ਕਿਸ ਤਰ੍ਹਾਂ ਦੇ ਐਕਸਪੀਰੀਐਂਸਿਸ ਰਹੇ ਤੁਹਾਡੇ ਉਸ ਜੌਬ ਦੇ ਨਾਲ ਸੰਬੰਧਿਤ? ਮੈਮ ਉਹਦੇ ਨਾਲ ਵੀ ਵਧੀਆ ਸੀਗਾ, ਮਤਲਬ ਕਿ ਉਹਨਾਂ ਦੀ ਜਿਹੜਾ ਕਿ ਹਰੇਕ ਦੀ ਧੀ ਭੈਣ ਨੂੰ ਸੇਫਲੀ ਉਹਨਾਂ ਨੇ ਬੂਹੇ ਤੋਂ ਚੁੱਕਣਾ, ਸੇਫਲੀ ਉਹਨਾਂ ਨੂੰ ਛੱਡਣਾ, ਘਰਦਿਆਂ ਨੂੰ ਵੀ ਵਧੀਆ ਮਹਿਸੂਸ ਕਰਦੀ ਹੁਣ ਕਦੀ ਰਾਤ ਦੇ ਸਮੇਂ ਤੁਸੀਂ ਜਾ ਰਹੇ ਹੋ, ਕਦੀ ਕੋਈ ਦਿੱਕਤ, ਕੋਈ ਪਰੇਸ਼ਾਨੀ ਤੁਹਾਨੂੰ ਤੁਹਾਨੂੰ ਖੁਦ ਨੂੰ, ਕਦੀ ਤੁਸੀਂ ਇਕੱਲੇ ਜਾ ਰਹੇ ਹੋ, ਤੁਹਾਨੂੰ ਲੱਗੇ ਕਿ ਮੈਂ ਇੱਥੇ ਜਾ ਕੇ ਸੇਫ ਨਹੀਂ ਹਾਂ, ਕਦੀ ਇਸ ਤਰ੍ਹਾਂ ਕੁਝ ਹੋਇਆ ਹੋਵੇ? ਮੈਮ ਲਾਸਟ 2 ਮੰਥ ਪਹਿਲਾਂ ਆਏ ਸੀ। ਰਸਤੇ 'ਚ 1-2 ਮੁੰਡੇ ਸੀਗੇ, ਉਹ ਮੇਰੇ ਅੱਗੇ ਪਿੱਛੇ ਇੱਦਾਂ ਹੀ ਚੱਲਣ ਲੱਗ ਪਏ ਅਤੇ ਬਦਤਮੀਜ਼ੀ ਜਿਹੀ ਕਰਨ ਲੱਗ ਪਏ। ਫਿਰ ਨਾ ਇੱਕ ਪੁਲਿਸ ਵਾਲੇ ਸੀਗੇ, ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਅਤੇ ਫਿਰ ਮਤਲਬ ਕਿ ਮੈਂ ਦੇਖਿਆ ਕਿ ਮਤਲਬ ਕਿ ਨਹੀਂ ਸੀ। ਫਿਰ ਥੋੜ੍ਹੀ ਜਿਹੀ ਅੱਗੇ ਗਈਆਂ ਨਾ, ਉਹ ਲਗਾਤਾਰ ਮੇਰੇ ਪਿੱਛੇ ਆ ਰਹੇ ਸੀਗੇ ਅਤੇ ਫਿਰ ਮੈਂ ਉੱਥੇ ਖੜ੍ਹੀ ਹੋ ਕੇ ਨਾ, ਬਸ ਫਿਰ ਮੈਨੂੰ ਇਹ ਸੀ ਮਰ ਜਾਓ ਜਾਂ ਮਾਰ ਦਿਓ। ਫਿਰ ਮੈਂ ਉਹਨਾਂ ਦੇ ਦੁਆਲੇ ਹੋ ਗਈ ਕਿ ਵੀ ਇੱਧਰ ਆਓ, ਮੈਂ ਕਿਹਾ ਜਾਂ ਤਾਂ ਜੁੱਤੀਆਂ ਖਾ ਲਓ, ਨਹੀਂ ਤਾਂ ਦਫਾ ਆਇਓ। ਫਿਰ ਮੈਂ ਉਹਨਾਂ ਨੂੰ ਘੂਰੀ ਵੱਟੀ ਅਤੇ ਉਹ ਆਪਣੇ ਆਪ ਗਾਇਬ ਹੋ ਗਏ। ਫਿਰ ਉਹਨਾਂ ਨੇ ਵੇਖਿਆ ਵੀ ਆਪਣੀ ਦਾਲ ਨਿਕਲਣੀ। ਉਹਨਾਂ ਨੇ ਇਹ ਸੋਚਿਆ ਸੱਚਾਈ ਦੀ ਗੱਲ ਵੀ ਜ਼ਰੂਰੀ ਨਹੀਂ ਆ ਕਿ ਰਾਤ ਨੂੰ ਫਿਰਨ ਵਾਲੀ ਹਰ ਕੋਈ ਕਰੈਕਟਰਲੈਸ ਹੋਏਗੀ। ਉਹਨਾਂ ਨੇ ਸਮਝਿਆ ਕਿ ਰਾਤ ਨੂੰ ਫਿਰੀਏ ਮਤਲਬ ਉੱਦਾਂ ਦੀ ਹੋਏਗੀ। ਉਹਨਾਂ ਨੇ ਇਹ ਸੋਚ ਕੇ ਮੈਨੂੰ ਇਸ਼ਾਰਾ ਕੀਤਾ ਕਿ ਇਹ ਕੁਛ ਜਵਾਬ ਦੇਗੀ ਅਤੇ ਉਹਨਾਂ ਨੇ ਦੇਖਿਆ ਕਿ ਨਹੀਂ, ਉਹ ਚੀਜ਼ ਨਹੀਂ ਆ। ਫਿਰ ਆਪਣੇ ਆਪ ਹੀ ਉਹ ਯੂ ਟਰਨ ਕਰਕੇ ਵਾਪਸ ਹੋ ਗਏ। ਬਹੁਤ ਵਧੀਆ ਉਦਾਹਰਨ ਹੈ ਜਿਹੜੀ ਕਿ ਮਿਲ ਰਹੀ ਹੈ ਕਿ ਜੇਕਰ ਕਦੀ ਵੀ ਕਿਸੇ ਨਾਲ ਇਦਾਂ ਦੀ ਕੋਈ ਹਾਦਸਾ ਵਾਪਰੇ ਤਾਂ ਤੁਸੀਂ ਕਿੱਦਾਂ ਉਹਨੂੰ ਹੈਂਡਲ ਕਰਨਾ ਹੈ, ਬਲਕਿ ਘਬਰਾਉਣਾ ਨਹੀਂ ਹੈ। ਸੋ ਬਹੁਤ ਬਹਾਦਰੀ ਦੀ ਜਿਹੜੀ ਤੁਸੀਂ ਉਦਾਹਰਨ ਪੇਸ਼ ਕੀਤੀ ਹੈ, ਮਿਸਾਲ ਪੇਸ਼ ਕੀਤੀ ਹੈ। ਉਸ ਤੋਂ ਬਾਅਦ ਜ਼ੋਮੈਟੋ ਗਰਲ ਬਣੇ ਹੋ ਤੁਸੀਂ, ਇਹ ਵੀ ਬੜਾ ਇੱਕ ਡਿਫਰੈਂਟ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਜੌਬ ਜਿਹੜੀ ਚੁਣੀ ਹੈ। ਅਕਸਰ ਮੁੰਡੇ ਹੀ ਦੇਖੇ ਜਾਂਦੇ ਨੇ, ਜਿਹੜੇ ਮਰਦ ਨੇ, ਕਿਉਂਕਿ ਮਰਦ ਪ੍ਰਧਾਨ ਸਮਾਜ ਹੈ ਸਾਡਾ, ਸੋ ਮਰਦਾਂ ਤੋਂ ਉਮੀਦ ਕੀਤੀ ਜਾਂਦੀ ਹੈ ਕੋਈ ਇਸ ਤਰ੍ਹਾਂ ਦੀਆਂ ਜੌਬਸ ਕਰਨ, ਔਰਤਾਂ ਤੋਂ ਨਹੀਂ ਕੀਤੀ ਜਾਂਦੀ। ਪਰ ਤੁਸੀਂ ਉਹ ਵੀ ਜਿਹੜਾ ਅੱਗੇ ਹੋ ਕੇ ਦੱਸਿਆ ਕਿ ਔਰਤਾਂ ਕਿਸੇ ਵੀ ਕੰਮ ਦੇ ਵਿੱਚ ਪਿੱਛੇ ਨਹੀਂ ਹਨ, ਕਰ ਸਕਦੀਆਂ ਨੇ। ਸੋ ਜ਼ੋਮੈਟੋ ਗਰਲ ਦਾ ਜਿਹੜਾ ਹੁਣ ਤੁਸੀਂ ਕੰਮ ਕਰਦੇ ਪਏ ਹੋ, ਮੈਮ ਜਿਹੜੀ ਔਰਤ ਨੇ ਆਪਣੇ ਅੰਦਰੋਂ ਇੱਕ ਸੰਤਾਨ ਉਤਪੰਨ ਕਰ ਲਈ ਹੈ ਨਾ, ਜਿਹੜੀ ਮਾਤਾ ਹੈ, ਧਰਤੀ ਹੈ, ਮਤਲਬ ਜਿਹੜੀ ਔਲਾਦ ਪੈਦਾ ਕਰ ਸਕਦੀ ਹੈ, ਉਹਨੂੰ ਜਨਮ ਦੇ ਸਕਦੀ ਹੈ, ਉਹ ਕੀ ਨਹੀਂ ਕਰ ਸਕਦੀ। ਬਸ ਬੰਦੇ ਦੀ ਸੋਚ ਇਹ ਹੈ ਕਿ ਅਸੀਂ ਆਪਾਂ ਹੈਗੇ ਡਾਊਨ ਹੈਗੀ, ਬਟ ਅੱਜ ਇਹ ਚੀਜ਼ ਹੈ। ਬਿਲਕੁਲ। ਅੱਛਾ, ਤੇ ਤੁਸੀਂ ਹੁਣ ਜ਼ੋਮੈਟੋ ਗਰਲ ਦਾ ਜਿਹੜਾ ਕੰਮ ਕਰ ਰਹੇ ਹੋ, ਕੋਈ ਐਕਸਪੀਰੀਅੰਸ ਇਸ ਤਰ੍ਹਾਂ ਦਾ ਜਿੱਥੇ ਤੁਹਾਨੂੰ ਕਦੀ ਲੱਗਾ ਹੋਵੇ, ਕੀ ਲੱਗਦਾ ਕਿ ਮਤਲਬ ਜਲੰਧਰ ਦੇ ਲੋਕ ਤੁਹਾਨੂੰ ਜਦੋਂ ਦੇਖਦੇ ਨੇ ਕਿ ਤੁਸੀਂ ਉਹਨਾਂ ਦੀ ਡਿਲੀਵਰੀ ਦੇਣ ਉਹਨਾਂ ਦੇ ਘਰ ਤੱਕ ਜਾਂਦੇ ਹੋ, ਡੋਰ ਸਟੈਪ ਜਾਂਦੇ ਹੋ, ਤੁਹਾਨੂੰ ਕਿੱਦਾਂ ਦਾ ਰਿਸਪੌਂਸ ਮਿਲਦਾ ਲੋਕਾਂ ਤੋਂ? ਨਹੀਂ ਮੈਡਮ, ਬਹੁਤ ਵਧੀਆ ਅਪਰੀਸ਼ੀਏਟ ਕਰਦੇ ਆ। ਕਈ ਵਾਰੀ ਤੇ ਰਾਹਗੀਰ ਹੀ ਮਤਲਬ ਥੰਬਸ ਅਪ ਦੇ ਕੇ ਨਿਕਲਦੇ ਆ, ਪ੍ਰਾਊਡ ਫੀਲ ਹੁੰਦੇ ਆ, ਸੈਲਿਊਟ ਕਰਦੇ ਆ ਕਿ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿ ਉਹ ਸੈਲਿਊਟ ਜਿਹਾ ਕਰਦੇ ਆ ਕਿ ਤੁਸੀਂ, ਅਸੀਂ ਆਮ ਵੇਖੀ ਤੇ ਲੇਡੀਜ਼ ਅੰਦਰ ਹੁੰਦੀ ਹੈ ਕਿ ਨਹੀਂ ਮੈਡਮ। ਲਾਸਟ ਇੱਕ ਅੰਕਲ ਸੀਗੇ ਮੈਨੂੰ ਮਿਲੇ, 11 ਵਜੇ ਦੀ ਗੱਲ ਸੀਗੀ, ਮਾਡਲ ਟਾਊਨ ਦੇ ਵਿੱਚ, ਅਤੇ ਮੈਂ ਨਾ ਆਪਣੀ ਗੱਡੀ ਥੋੜ੍ਹੀ ਪਿੱਛੇ ਕਰ ਲਈ, ਉਹਨਾਂ ਦੀ ਗੱਡੀ ਵੱਡੀ ਸੀਗੀ ਅਤੇ ਮੈਂ ਈਜ਼ੀਲੀ ਨਿਕਲ ਜਾਣਾ। ਉਹਨਾਂ ਨੇ ਖੜ੍ਹੇ ਹੋ ਕੇ ਮੈਨੂੰ ਸਲੂਟ ਕੀਤਾ, ਪਲੱਸ ਮੈਨੂੰ 200 ਟਿਪ ਵੀ ਦੇ ਕੇ ਗਏ ਉਹ।
ਤੇ ਉਹਨਾਂ ਨੇ ਕੀ ਕੀਤਾ ਕਿ ਨਹੀਂ ਯਾਰ ਵੀ ਅਸੀਂ ਸੁਣਿਆ ਜਨਾਨੀਆਂ ਕਮਜ਼ੋਰ ਨੇ ਬਟ ਨਹੀਂ ਅੱਜ ਦੇ ਟਾਈਮ 'ਚ ਅੱਜ ਦੀ ਫੀਲਡ ਵਿੱਚ ਕਮਜ਼ੋਰ ਨਹੀਂ। ਅਸੀਂ ਬਾਹਰ ਜਾਈਦਾ ਉੱਠਦੇ ਨੇ ਹਰ ਕੋਈ ਆਪਣੀ ਸੁੱਤੀ ਪਈਆਂ ਰਾਤ ਨੂੰ 2 ਵਜੇ ਨਾ ਉੱਠ ਸੁੱਤੀ ਪਈ ਜਨਾਨੀ ਨੂੰ ਕਹਿੰਦੇ ਉੱਠੋ ਉੱਠੋ ਦੇਖੋ ਦੇਖੋ ਤੁਸੀਂ ਕੱਲ ਤੁਸੀਂ ਬਾਹਰ ਨਹੀਂ ਨਿਕਲੀਆਂ ਵੇਖ ਲਓ 2 ਵਜੇ ਅਗਲੀ ਕਰਦੀ ਪਈ ਹੈ ਕੰਮ। ਮੈਨੂੰ ਫਿਰ ਉਹ ਵੀ ਸਲੂਟ ਕਰਦੇ ਆ ਕਿ ਮੈਡਮ ਬੜੀ ਹੌਸਲਾ ਅਫਜ਼ਾਈ ਜਿਹੜੀ ਹੈ ਲੋਕਾਂ ਤੋਂ ਇਹਨਾਂ ਨੂੰ ਮਿਲਦੀ ਹੈ ਜੋਤੀ ਜੀ ਨੂੰ। ਜੋਤੀ ਜੀ ਕੀ ਕਹਿਣਾ ਚਾਹੋਗੇ ਉਹਨਾਂ ਔਰਤਾਂ ਨੂੰ ਜਿਨ੍ਹਾਂ ਦੇ ਜਦੋਂ ਵਿਆਹ ਹੋ ਜਾਂਦੇ ਨੇ ਕਈ ਵਾਰੀ ਬਹੁਤ ਸਾਰੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਜਿਹੜੀ ਜੋੜੀ ਹੈ ਸਹੀ ਨਹੀਂ ਸੀ ਜਾਂ ਪਰਿਵਾਰ ਅੱਗੇ ਚੰਗਾ ਨਹੀਂ ਸੀ, ਔਰਤਾਂ ਹਾਰ ਜਾਂਦੀਆਂ ਨੇ, ਵਾਪਸ ਆ ਜਾਂਦੀਆਂ ਨੇ, ਸਮਾਜ ਵੀ ਉਹਨਾਂ ਨੂੰ ਕਹਿੰਦਾ ਕਿ ਨਹੀਂ ਤੂੰ ਵਸੀ ਕਿਉਂ ਨਹੀਂ, ਤੈਨੂੰ ਉੱਥੇ ਰਹਿਣਾ ਚਾਹੀਦਾ ਸੀ। ਬਹੁਤ ਇੱਦਾਂ ਦੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਔਰ ਔਰਤਾਂ ਦਾ ਇੱਕ ਕਸੂਰ ਜਿਹੜਾ ਕੱਢਿਆ ਜਾਂਦਾ। ਕੀ ਕਹਿਣਾ ਚਾਹੁੰਦੇ ਹੋ ਉਹਨਾਂ ਔਰਤਾਂ ਨੂੰ, ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਮ ਪਹਿਲਾਂ ਤੇ ਗੱਲ ਕਹਿੰਦੇ ਨਾ ਆਪਣੀ ਵਿਗਾੜਦੇ ਆਪਣੇ ਸਵਾਦ ਦੇ ਉਹਨਾਂ ਦੇ ਘਰ ਦੇ ਉਹਨਾਂ ਨੂੰ ਮਤਲਬ ਅਪਰੀਸ਼ੀਏਟ ਨਹੀਂ ਕਰਦੇ ਹੋਣਗੇ ਕਿ ਮੇਰੇ ਘਰ ਦੇ ਨੇ ਦੇਖਿਆ ਕਿ ਸ਼ੁਰੂ ਤੋਂ ਹੀ ਇਹ ਸਾਡੇ ਪੁੱਤ ਬਣ ਕੱਲਮ ਕੱਲੀ ਸੀਗੀ ਪੁੱਤ ਬਣ ਕੇ ਨਿਭਦੀ ਨਹੀਂ ਆ। ਫਿਰ ਉਹਨਾਂ ਨੇ ਦੇਖਿਆ ਕਿ ਇਹ ਬਹਾਦਰ ਹੈ ਕਰ ਸੀ ਮਤਲਬ ਕਿ ਮੈਂ ਕਹਿੰਦੀ ਹਰ ਜੇ ਮੈਂ ਕਰ ਸਕਦੀ ਹਾਂ ਤਾਂ ਉਹ ਵੀ ਕਰ ਸਕਦੀਆਂ ਨੇ। ਬਟ ਕੀ ਹੁੰਦਾ ਕਿ ਔਰਤ ਇਹ ਸੋਚਦੀ ਕਿ ਨਹੀਂ ਮੈਂ ਇਹਦੀ ਜੁੱਤੀ ਹੈਗੀ ਆ, ਮੈਂ ਇਹਦੀ ਜੁੱਤੀ ਆ ਬਈ ਮੈਂ ਉੱਠ ਨਹੀਂ ਸਕਦੀ। ਬਟ ਬਸ ਇਹੀ ਫੀਮੇਲ ਦੇ ਮਾਈਂਡ 'ਚ ਇਹ ਚੀਜ਼ ਚੱਲਦੀ ਪਈ ਹੈ ਕਿ ਮੈਂ ਕੁਛ ਨਹੀਂ ਕਰ ਸਕਦੀ। ਉਹਨਾਂ ਦੇ ਵੀ ਹੱਥ ਨੇ, ਉਹਨਾਂ ਦੀ ਵੀ 5 ਉਂਗਲੀਆਂ ਨੇ, ਸਾਡੇ ਵੀ 5 ਉਂਗਲੀਆਂ ਨੇ, ਅਸੀਂ ਉਹੀ ਖਾਂਦੇ ਪੀਂਦੇ ਹਾਂ, ਸਾਡੇ ਵੀ ਉਹੀ ਹਾਰਡ ਮਾਸ ਹੈ। ਬਟ ਉਹਨਾਂ ਦੇ ਮਾਈਂਡ ਵਿੱਚ ਇਹ ਚੀਜ਼ ਹੋਈ ਕਿ ਅਸੀਂ ਨੀਚੇ ਆਏ ਆਪਣੇ ਜਿੱਦਾਂ ਉਹ ਇਹ ਚੀਜ਼ ਸੋਚਣਗੇ ਨਾ ਕਿ ਨਹੀਂ। ਅੱਜ ਤੋਂ ਕੁਝ ਸਾਲ ਪਹਿਲਾਂ ਝਾਂਸੀ ਦੀ ਰਾਣੀ ਸੀਗੀ, ਉਹ ਵੀ ਔਰਤ ਸੀਗੀ, ਉਹਨੇ ਮਦਰ ਟੈਰੇਸਾ ਉਹ ਵੀ ਔਰਤ ਹੀ ਸੀਗੇ, ਕਿੰਨਾ ਕੁਛ ਉਹਨਾਂ ਨੇ ਕੀਤਾ। ਕਾਫੀ ਅੱਜ ਤੋਂ ਪਿੱਛੇ ਆਪਣਾ ਹਿਸਟਰੀ ਵਿੱਚ ਦੇਖਿਆ ਜੀ ਕਾਫੀ ਔਰਤਾਂ ਨੇ ਬਹੁਤ ਕੁਝ ਕੀਤਾ। ਬਟ ਹੁਣ ਜਿਹਦਾ ਆਪਣੇ ਕਲਪਨਾ ਚਾਵਲਾ ਉਹ ਵੀ ਫੀਮੇਲ ਸੀ, ਕਿੱਥੇ ਚਲੇ ਗਈ ਉਹ, ਕਿੱਥੋਂ ਤੱਕ ਗਈ ਹੈ ਨਾ। ਤੇ ਜੋ ਉਹਨੂੰ ਵੇਖ ਕੇ ਐਕਚੁਅਲੀ ਨਾ ਪਤਾ ਕੀ ਗੱਲ ਉਹ ਉਹਨੂੰ ਵੇਖ ਕੇ ਇੰਸਪਾਇਰ ਨਹੀਂ ਹੁੰਦੇ, ਨੈਗੇਟਿਵਿਟੀ ਵੇਖ ਕੇ ਇੰਸਪਾਇਰ ਹੁੰਦੀਆਂ ਨੇ ਕਿ ਮਰਦ ਮਾਰਦੇ ਕੁੱਟਦੇ ਕੁੱਟ ਖਾ ਕੇ ਸੋ ਜਾਂਦੀਆਂ ਨੇ, ਸਵੇਰੇ ਉੱਠ ਕੇ ਫਿਰ ਰੋਟੀ ਬਣਾ ਪੈਂਦੀਆਂ ਨੇ। ਉਹਨਾਂ ਦੀ ਸੋਚ ਖੁਦ ਉਹ ਆਪ ਗਿਰਦੀਆਂ ਨੇ, ਸਮਾਜ ਤੇ ਗਿਰਾਂਦਾ ਖੁਦ ਉਹ ਜਿੱਦਾਂ ਉਹ ਕਹਿਣਗੇ ਨਹੀਂ ਅਸੀਂ ਉੱਠ ਸਕਦੀਆਂ ਵਾ ਉਦੋਂ ਸਮਾਜ ਦੀ ਜ਼ਰੂਰਤ ਹੀ ਨਹੀਂ ਹੈ ਉਹਨਾਂ ਨੂੰ ਰੋਕ ਸਕੇ। ਬਿਲਕੁਲ, ਸੋ ਔਰਤਾਂ ਦੇ ਵਿੱਚ ਉਹ ਜਜ਼ਬਾ ਹੋਣਾ ਚਾਹੀਦਾ ਜੋ ਜੋਤੀ ਦਮੀਜਾ ਜੀ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਔਰਤ ਜਿਹੜੀ ਹੈ ਹਰ ਸੰਘਰਸ਼ ਨੂੰ ਪਾਰ ਕਰ ਸਕਦੀ ਹੈ। ਬਸ ਉਹਦੇ ਅੰਦਰ ਜਜ਼ਬਾ ਹੋਣਾ ਚਾਹੀਦਾ ਹੈ ਤੇ ਹਾਲਾਤ ਦੇ ਨਾਲ ਲੜਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਸੋ ਇਹ ਸਨ ਜੋਤੀ ਦਮੀਜਾ ਜਿਹੜੇ ਕਿ HSN TV ਤੇ ਸਾਨੂੰ ਮਿਲੇ ਔਰ ਉਹਨਾਂ ਨੇ ਆਪਣੀ ਸੰਘਰਸ਼ਮਈ ਕਹਾਣੀ ਦੱਸੀ ਔਰ ਦੱਸਿਆ ਕਿ ਔਰਤ ਪਰਮਾਤਮਾ ਦਾ ਇੱਕ ਬਹੁਤ ਖੂਬਸੂਰਤ ਤੋਹਫਾ ਹੈ, ਪਰ ਇਹ ਤੋਹਫਾ ਜਦੋਂ ਸੰਘਰਸ਼ ਦੇ ਜ਼ਿੰਮੇਵਾਰੀਆਂ ਦੇ ਵਿੱਚ ਪੈਂਦਾ ਤੇ ਉਹਨੂੰ ਵੀ ਬਖੂਬੀ ਤਰੀਕੇ ਦੇ ਨਾਲ ਨਿਭਾਉਂਦਾ ਹੈ। ਸੋ ਲਾਈਵ ਤੁਸੀਂ ਇਸ ਮੰਚ ਦੇ ਜ਼ਰੀਏ ਸਾਡੇ ਨਾਲ ਜੁੜੇ, ਦੇਖੀ ਤੁਸੀਂ ਇਹ ਕਹਾਣੀ। ਮੈਂ ਸੀ ਸ਼ੀਤਲ ਠਾਕੁਰ HSN TV ਤੇ, ਕੈਮਰਾਮੈਨ ਕੁਨਾਲ ਸ਼ਰਮਾ ਦੇ ਨਾਲ।